They are jointed. Arthropoda means jointed feet. Arthropoda means jointed feet. So बेटे इस चीज का ख्याल रखना भी इन्हां दी एक ही निशानी है भी they have jointed feet. ਤੇ ਇੱਥੇ ਨਾ ਇੱਕ ਨੋਟਬੁੱਕ ਚੱਕ ਕੇ ਪੁਆਇੰਟ ਨੋਟ ਕਰ ਲਓ ਜਿਹੜੇ ਤੁਹਾਨੂੰ ਮੈਂ ਦੱਸਦਾ ਹੁੰਨਾ ਪਲੀਜ਼ ਨੋਟ ਕਰ ਲਿਆ ਕਰੋ। ਦੁਨੀਆ ਦੇ ਵਿੱਚ ਯਾਦ ਰੱਖੋ ਕਿ ਆਰਥਰੋਪੋਡਸ ਹੀ ਹੈ ਜਿਨ੍ਹਾਂ ਕੋਲ ਸਿਲੀਆ ਨਹੀਂ। ਆਰਥਰੋਪੋਡਸ ਹੈਵ no cilia. Only the single phylum in this world that has no cilia ਉਹ ਕਿਹੜੇ ਹੈ? ਆਰਥਰੋਪੋਡਸ। ਇਹ ਨੋਟ ਕਰ ਲਓ, ਇਹ ਪੁਆਇੰਟ ਤੁਹਾਡੀ NCERT ਦੇ ਵਿੱਚ ਮੈਂਸ਼ਨਡ ਹੈ ਤੇ ਪੇਪਰ ਦੇ ਵਿੱਚ ਆ ਸਕਦਾ ਹੈ। ਸੈਕਿੰਡ ਥਿੰਗ, ਇਸ ਟਾਈਮ ਤੁਸੀਂ ਕੀ ਸੋਚਦੇ ਹੋ ਵੀ ਸਭ ਤੋਂ ਵੱਧ ਕਿਹੜੇ ਆਰਗੇਨਿਜ਼ਮ ਹੋਣਗੇ ਅਰਥ ਤੇ? ਯੈਸ, ਐਨੀਬਾਡੀ? ਜੈਦੀਪ ਸਿੰਘ, ਸਭ ਤੋਂ ਵੱਧ ਕਿਹੜੇ ਆਰਗੇਨਿਜ਼ਮ ਹੈ? ਸਰ ਇਨਸੈਕਟਸ। ਇਨਸੈਕਟਸ। ਚਲੋ ਹੋਰ ਗੈਸ ਲਾਓ। ਜੈਦੀਪ ਸਿੰਘ ਬੋਲੂਗਾ ਬਈ ਹੁਣ। हाँ भाई जयदीप, नेम दसना सर। बेटे आवाज नहीं क्लियर आई। नेम दसना सर। हाँ 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 हाँ, किहड़े ऑर्गेनिज्म सब तो वध है? आर्ट्स। आर्ट्स। चलो भाई एकमजोत। एकमजोत। सो आर्थ्रोपोड्स, गुड बेटे, आर्थ्रोपोड्स ਜਿਹੜੇ ਹੈ ਸਭ ਤੋਂ ਵੱਧ ਹੈ। ਸੋ ਆਪਾਂ ਇਹਨੂੰ ਕਹਿ ਸਕਦੇ ਹਾਂ world of arthropoda. So the at present time world is called as world of arthropoda. Daily 3 new species invent ਹੋ ਰਹੀਆਂ ਹੈ। ਤੇ ਸਭ ਤੋਂ ਵੱਡੀ ਗੱਲ ਹੈ ਵੀ ਜੇ ਤੁਸੀਂ ਬੜੀ ਛੇਤੀ PhD ਕਰਨੀ ਹੈ ਤਾਂ ਐਂਟੋ ਲੈ ਲਿਓ, ਠੀਕ ਹੈ? ਬੜੀ ਛੇਤੀ PhD ਹੋ ਜਾਂਦੀ ਹੈ ਇਨ ਐਂਟੋਲੋਜੀ, ਐਂਟਮੋਲੋਜੀ। ਸੋ ਸਾਰਿਆਂ ਤੋਂ ਪਹਿਲਾਂ ਬਈ ਹੈਬਿਟੈਟ। ਤਾਂ ਬੱਚੇ ਸੁਣੋ ਵੀ ਹੈਬਿਟੈਟ ਹੈ ਨਾ ਜਿਹੜਾ, ਇਹ ਕਿਤੇ ਵੀ ਹੋ ਸਕਦੀ ਹੈ। ਦੇ ਆਰ ਇਨ ਏਅਰ, ਤੁਸੀਂ ਦੇਖਦੇ ਹੋ ਇਨਸੈਕਟਸ ਆਰ ਇਨ ਏਅਰ, ਦੇ ਆਰ ਇਨ ਵਾਟਰ, ਠੀਕ ਹੈ? ਦੇ ਆਰ ਇਨ ਸੈਂਡ, ਦੇ ਆਰ ਔਨ ਟਰੀਜ਼, ਇਵਨ ਇਨ ਹਿਊਮਨ ਬੋਡੀ ਔਰ ਔਨ ਹਿਊਮਨ ਬੋਡੀ। ਇਨ ਔਰ ਔਨ ਹਿਊਮਨ ਬੋਡੀ, ਸਾਡੀ ਬੋਡੀ ਤੇ ਵੀ ਹੋ ਸਕਦੀ ਹੈ। ਤੇ ਸਾਡੀ ਬੋਡੀ ਤੇ ਕਿਵੇਂ ਹੋ ਸਕਦੀ ਹੈ ਬਈ? ਯੈਸ ਕੋਮਲ। ਮਹਿਕ। ਪੈਰ Yes? ਜੂਆਂ ਪੈਂਦੀਆਂ ਹੁੰਦੀਆਂ ਉਹ ਤਾਂ ਪਤਾ। ਤਾਂ ਕੋਮਲ ਤੋਂ ਪੁੱਛਿਆ ਸੀ, ਗੁੱਸੇ ਨਾ ਹੋ ਜੀ ਬੇਟੇ। ਸੋ ਜੂਆਂ headlight scientific name is Pedicellus humanis. It's present on human body. On animal body ਤਾਂ ਤੁਹਾਨੂੰ ਪਤਾ ਹੀ ਹੈ ਬਹੁਤ ਸਾਰੇ ਇਨਸੈਕਟਸ ਹੈ ਜਿਹੜੇ they are present on animal body. ਜਿਵੇਂ ਤੁਸੀਂ ਆਹ ਵੇਖ ਰਹੇ ਹੋ, this is the rat flea, it's present on the rat, ਠੀਕ ਹੈ? ਸੋ they are present each and everywhere. ਸੋ ਜਿਹੜੇ each and everywhere ਹੁੰਦੇ ਆ ਉਹਨਾਂ ਨੂੰ cosmopolitan ਕਿਹਾ ਜਾਂਦਾ ਹੈ ਬੋਡੀ ਫਾਰਮ ਵਿੱਚ। ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਇੱਥੇ ਵੀ ਇੱਕ ਬੜਾ ਵਧੀਆ ਇੰਟਰਸਟਿੰਗ ਪੁਆਇੰਟ ਦੱਸੂਗਾ। ਬੋਡੀ ਇਜ਼ ਡਿਵਿਜ਼ੀਬਲ ਇਨਟੂ 3 parts. This is the head, this is thorax and this is abdomen, ठीक है? This is head, this is thorax and this is abdomen. Mostly sense organs are present on the head. Mandibles है, antennae है, eyes है, mostly glossa, paraglossa etc. This is the thorax. ਤਾਂ ਬੱਚੀ ਇੱਕ ਚੀਜ਼ ਯਾਦ ਰੱਖੋ, all appendages ਦਾ ਮਤਲਬ ਵੀ ਇਹਨਾਂ ਦੀਆਂ legs and wings, they are attached to the thorax. They are attached to the thorax. ਇਹ thorax portion ਨਾਲ ਜੁੜੇ ਹੁੰਦੇ ਆ। ਇਹ ਚੀਜ਼ ਯਾਦ ਰੱਖਿਓ, ਕਿਸੇ ਦਿਨ ਕੋਈ ਕੀੜਾ ਕੂੜਾ ਚੱਕ ਕੇ ਵੇਖਿਓ ਤਾਂ ਸਾਰੀਆਂ ਉਹਨਾਂ ਦੀਆਂ legs ਹੈ, they are attached to the thorax. Wings are also attached to the thorax. And this is the abdomen. Thorax again is divisible into 3 parts. ਜਿਹੜਾ ਟਿਪੀਕਲ ਪਲਾਨ ਹੈ ਉੱਥੇ 3 ਪਾਰਟਸ ਹੈ, ਕੁਛ ਦੇ ਵਿੱਚ 3 ਪਾਰਟਸ ਨਹੀਂ ਵੀ ਹੁੰਦੇ, ਉਹਨਾਂ ਬਾਰੇ ਆਪਾਂ ਡਿਟੇਲ ਚ ਅੱਗੇ ਗੱਲ ਕਰਾਂਗੇ। ਦਿਸ ਪ੍ਰੋਥੋਰੈਕਸ, ਮੀਜ਼ੋਥੋਰੈਕਸ ਐਂਡ ਮੈਟਾ। ਪ੍ਰੋ, ਮੀਜ਼ੋ ਤੇ ਮੈਟਾ, ਤਾਂ 3 ਪਾਰਟਸ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕਰ ਦਿੰਨੇ ਆ ਬਈ। ਦਿਸ ਇਜ਼ ਦਾ ਐਬਡੋਮਨ। ਅੱਛਾ ਵੀ ਇਹਨਾਂ ਚ ਨਾ ਸਭ ਤੋਂ ਵੱਡੀ ਗੱਲ, ਦੇ ਹੈਵ ਐਕਸੋਸਕੈਲਟਨ। ਕਿਸੇ ਵੀ ਇਨਸੈਕਟ ਦੇ ਮਰਨ ਤੇ ਜੇ ਮੰਨ ਲਓ ਕੋਈ ਹਿਊਮਨ ਬੀਇੰਗ ਜਾਂ ਕੋਈ ਐਨੀਮਲ ਮਰ ਜਾਂਦਾ ਹੈ
ਤਾਂ ਕੀ ਹੁੰਦਾ ਹੈ ਆਫਟਰ ਡਿਕੇ ਐਂਡ ਡੀਕੰਪੋਜੀਸ਼ਨ ਉਹਦੇ ਅੰਦਰੋਂ ਬੋਨਸ ਬਚਦੀਆਂ ਹੈ। ਤੇ ਜਿਹੜੇ ਹਾਇਰ ਐਨੀਮਲਸ ਹੈ ਉਹਨਾਂ ਦੇ ਵਿੱਚ ਐਂਡੋਸਕੈਲਟਨ ਹੈ। ਸਾਡਾ ਸਕੈਲਟਨ ਕੀ ਹੈ? ਐਂਡੋਸਕੈਲਟਨ ਹੈ। ਸਕਿਨ ਡੀਕੰਪੋਜ਼ ਹੋ ਜਾਂਦੀ ਹੈ। ਇਹਨਾਂ ਦਾ ਐਕਸੋਸਕੈਲਟਨ ਹੁੰਦਾ ਹੈ। ਐਕਸਟਰਨਲ ਜੋ ਹੈ ਇਹਨਾਂ ਦਾ ਉਹ ਬਚ ਜਾਂਦਾ ਹੈ ਤੇ ਇੰਟਰਨਲੀ ਸਭ ਕੁਝ ਡੀਕੰਪੋਜ਼ ਕਰ ਜਾਂਦਾ ਹੈ। ਸੋ ਦੇ ਹੈਵ ਐਕਸੋਸਕੈਲਟਨ। ਤਾਂ ਜਿਹੜੇ ਆਰਥਰੋਪੋਡ ਹੈ ਦੇ ਹੈਵ ਐਕਸੋਸਕੈਲਟਨ। Externally they possesses hard body cover that act as a skeleton after their death। ਤਾਂ ਬਈ ਆ ਦੇਖੋ body parts, ਠੀਕ ਹੈ। you can see the body parts, this is the exoskeleton। ਤੇ ਇਸ ਤਰੀਕੇ ਜੇ ਤੁਸੀਂ ਐਂਟੋ ਕਰੋਗੇ ਤੁਹਾਡੇ ਕੋਲ ਵੀ ਇਦਾਂ ਦੀਆਂ these are the insect pins, ਠੀਕ ਹੈ। ਹਰੇਕ ਇਨਸੈਕਟ ਨੂੰ ਆਪਾਂ ਕੋਈ ਵੀ ਕੁਝ ਵੀ ਕਰਨਾ ਹੈ ਤਾਂ we use the insect pins on thermocol। ਜਿਹੜਾ ਤੁਹਾਨੂੰ ਥਰਮੋਕੋਲ ਦਿਖਾਈ ਦੇ ਰਹੀ ਹੈ। ਤਾਂ ਬਈ ਜੇ ਆਪਾਂ ਗੱਲ ਕਰੀਏ ਅਬਾਊਟ this is a nervous system as well as circulatory system is shown, ਠੀਕ ਹੈ। ਤਾਂ ਇਹਨਾਂ ਦਾ ਜਿਹੜਾ ਬਲੱਡ ਵਸਕੂਲਰ ਸਿਸਟਮ ਹੁੰਦਾ ਨਾ ਬੇਟੇ, ਯਾਦ ਰੱਖੋ ਇਟਸ ਓਪਨ ਟਾਈਪ। ਓਪਨ ਦੋ ਤਰ੍ਹਾਂ ਦਾ ਬਲੱਡ ਵਸਕੂਲਰ ਸਿਸਟਮ ਹੈ, ਓਪਨ ਐਂਡ ਕਲੋਜ਼ਡ। ਓਪਨ ਦੇ ਵਿੱਚ ਧਿਆਨ ਰੱਖਿਓ, ਕੋਈ ਟੀਚਰ ਕਹਿ ਦਿੰਦੀ ਹੈ ਬਲੱਡ ਵੈਸਲਸ ਆਰ ਐਬਸੈਂਟ, ਇਹ ਨਹੀਂ ਹੈ। blood came direct contact with tissue, blood came in direct contact with tissue, blood tissue ਦੇ direct contact ਚ ਆਉਂਦਾ ਹੈ। ਤੇ ਜਿਹੜੇ ਹਾਇਰ ਆਰਗੇਨਿਜ਼ਮ ਹੈ, ਹਾਇਰ ਐਨੀਮਲਸ ਹੈ ਜਿਨ੍ਹਾਂ ਦੇ ਕੋਲ ਕਲੋਜ਼ਡ ਬਲੱਡ ਵਸਕੂਲਰ ਸਿਸਟਮ ਹੈ, blood never came in contact with tissue। ਤਾਂ ਇੱਥੇ ਜਿਹੜਾ ਬਲੱਡ ਹੈ ਇੱਕ ਕੈਵਿਟੀ ਹੁੰਦੀ ਹੈ that is called as hemocoel, ਤੇ ਇਹਦੇ ਵਿੱਚ ਮੂਵ ਕਰਦਾ ਹੈ। ਇਹ ਤੁਹਾਨੂੰ ਦੱਸਾਂਗੇ ਕਿਵੇਂ ਮੂਵ ਕਰਦਾ ਹੈ ਜਦੋਂ ਆਪਾਂ ਬਲੱਡ ਸਰਕੂਲੇਟਰੀ ਸਿਸਟਮ ਪੜ੍ਹਿਆ। ਤਾਂ ਬਲੱਡ ਮੂਵ ਇਨ ਦਾ ਹੀਮੋਸੀਲ, ਤੇ ਐਸੇ ਬੋਡੀ ਕੈਵਿਟੀ ਨੂੰ ਵੀ ਕੀ ਕਹਿੰਦੇ ਆ? ਹੀਮੋਸੀਲ ਕਹਿੰਦੇ ਆ। ਤਾਂ ਬਲੱਡ ਵਸਕੂਲਰ ਸਿਸਟਮ ਇਜ਼ ਓਪਨ ਟਾਈਪ। ਤਾਂ ਜਿੱਥੇ ਜਿੱਥੇ ਬਲੱਡ ਰੁਕਦਾ ਹੈ ਉਹਨਾਂ ਐਮਪਟੀ ਸਪੇਸਿਸ ਨੂੰ ਸਾਈਨਸਿਸ ਔਰ ਲੈਕੂਨੇ ਬੋਲਦੇ ਆ। ਤੇ ਇਹ ਤੁਹਾਨੂੰ ਦਿਖਾਵਾਂਗੇ। ਤਾਂ ਇਹਦਾ ਹਾਰਟ ਵੀ ਦਿਖਾਵਾਂਗੇ ਤੁਹਾਨੂੰ ਕਾਕਰੋਚ ਦਾ। ਤਾਂ ਆਹ ਦੇਖੋ ਬਈ ਦਿਸ ਇਜ਼ ਦਾ ਡਾਈਜੈਸਟਿਵ ਸਿਸਟਮ। ਇਹ ਪਹਿਲਾਂ +2 ਦੇ ਵਿੱਚ ਇਹਦੀ ਡਾਇਸੈਕਸ਼ਨ ਹੁੰਦੀ ਸੀ ਕਾਕਰੋਚ ਦੀ, ਹੁਣ ਡਾਇਸੈਕਸ਼ਨਸ ਬੈਨ ਹੈ, ਠੀਕ ਹੈ। ਬਟ ਮੈਂ ਤਾਂ ਇਹ ਕਹਿੰਦਾ ਵੀ ਬਾਇਓ ਵਿਦਾਊਟ ਡਿਸੈਕਸ਼ਨਸ 0 ਹੈ। ਤਾਂ ਇੱਥੋਂ ਮਾਊਥ ਸ਼ੁਰੂ ਹੁੰਦਾ ਹੈ, ਦਿਸ ਇਜ਼ ਦਾ ਈਸੋਫੇਗਸ। ਇਹ ਥੱਲੇ ਆ ਗਲੈਂਡ ਹੈ ਬੇਟੇ, ਇਹ ਥੱਲੇ ਇੱਕ ਟਿਊਬ ਹੁੰਦੀ ਹੈ ਦੈਟਸ ਈਸੋਫੇਗਸ। ਦਿਸ ਇਜ਼ ਦਾ ਕਰੌਪ। ਕਰੌਪ ਐਕਟ ਐਜ਼ ਅ ਟੈਂਪਰੇਰੀ ਸਟਮਕ, ਇਹ ਸਟਮਕ ਦੀ ਤਰ੍ਹਾਂ ਕੰਮ ਕਰਦਾ ਹੈ। ਦਿਸ ਇਜ਼ ਦਾ ਗਿਜ਼ਾਰਡ। ਇੱਥੇ ਹੈਪੈਟਿਕ ਸਿੱਕੇ ਹੁੰਦੇ ਹੈ, ਥੀਸ ਆਰ ਦਾ ਹੈਪੈਟਿਕ ਸਿੱਕੇ। ਦਿਸ ਇਜ਼ ਦਾ ਮੀਜ਼ਨਟ੍ਰੋਨ, ਇੱਥੇ ਡਾਈਜੈਸ਼ਨ ਹੁੰਦੀ ਹੈ। ਜਿਹੜਾ ਗਿਜ਼ਾਰਡ ਹੈ, ਗਿਜ਼ਾਰਡ ਦੇ ਵਿੱਚ ਕੀ ਹੁੰਦਾ ਹੈ? ਮੈਸਟੀਕੇਸ਼ਨ ਆਫ ਫੂਡ ਹੁੰਦੀ ਹੈ, ਦੰਦ ਇਹਦੇ ਇੱਥੇ ਹੁੰਦੇ ਹੈ, ਕਾਈਟਨਸ ਟੀਥ। ਦਿਸ ਇਜ਼ ਦਾ ਮੀਜ਼ਨਟ੍ਰੋਨ, ਅਬਜ਼ੌਰਪਸ਼ਨ ਡਾਈਜੈਸ਼ਨ ਹੁੰਦੀ ਹੈ। ਇਸ ਤੋਂ ਬਾਅਦ ਆਹ ਪੋਰਸ਼ਨ ਤੇ ਆ ਕੇ ਦਿਸ ਇਜ਼ ਦਾ ਕੋਲਨ, ਇੱਥੇ ਯੂ ਕੈਨ ਸੀ ਦਾ ਮਾਲਪੀਜੀਅਨ ਟਿਬਿਊਲ, ਥੀਸ ਆਰ ਦਾ ਐਕਸਕ੍ਰੀਟਰੀ ਆਰਗਨਸ। ਇਹਨੂੰ ਡਿਟੇਲ ਚ ਅੱਗੇ ਵੀ ਤੁਹਾਨੂੰ ਮੈਂ ਵਿਖਾਊਂਗਾ। ਤੇ ਉਸ ਤੋਂ ਬਾਅਦ ਜੋ ਹੈ ਡਾਈਜੈਸਟਿਵ ਟ੍ਰੈਕ ਕੰਪਲੀਟ ਹੋ ਜਾਂਦੀ। ਆਓ ਦੇਖੀਏ ਇੱਕ ਵਾਰੀ ਐਗਜ਼ੈਕਟ ਡਾਇਗਰਾਮ। ਦਿਸ ਇਜ਼ ਦਾ ਫੇਰਿੰਗਸ, ਈਸੋਫੇਗਸ, ਦਿਸ ਇਜ਼ ਦਾ ਕਰੌਪ, ਗਿਜ਼ਾਰਡ, ਹੈਪੈਟਿਕ ਸਿੱਕਾ, ਦਿਸ ਇਜ਼ ਦਾ ਮਿਡਗਟ ਔਰ ਮੀਜ਼ਨਟ੍ਰੋਨ, ਦਿਸ ਇਜ਼ ਦਾ ਇਲੀਅਮ, ਇਲੀਅਮ ਦੇ ਉੱਪਰ ਕੀ ਹੈ? ਮਾਲਪੀਜੀਅਨ ਟਿਬਿਊਲ, this is the colon, then rectum, and then waste is goes out। this is a digestive tract of cockroach। ਤਾਂ mostly ਸਾਰੇ ਜਿਹੜੇ ਆਰਥਰੋਪੋਡਸ ਹੈ ਸੇਮ ਸਟਰਕਚਰ ਹੀ ਹੁੰਦੀ ਹੈ। ਤਾਂ this is the esophagus, this is the crop, this is the gizzard, this is the hepatic ਸਿੱਕੇ। ਇਹ ਜਿਵੇਂ ਆਪਣੇ ਸਲੀਵਰੀ ਗਲੈਂਡ ਹੁੰਦੇ ਆ ਉਵੇਂ ਹੈਪੈਟਿਕ ਸਿੱਕੇ ਵੀ ਜਿਹੜੇ ਆ ਗਲੈਂਡ ਹੁੰਦੇ ਆ, ਦੇ ਸਕ੍ਰੀਟ ਦਾ secretions for the digestion of food। ਤੇ ਗਿਜ਼ਾਰਡ ਦੇ ਵਿੱਚ ਕੀ ਹੁੰਦਾ ਹੈ? ਗਿਜ਼ਾਰਡ ਦੇ ਵਿੱਚ ਇਹਦੇ ਕਿੰਨਾ ਕੋਲ ਮਤਲਬ ਕਿ ਕਾਈਟਨਸ ਟੀਥ ਹੁੰਦੀ ਹੈ। ਐਂਡ ਦਿਸ ਇਜ਼ ਦਾ ਮੀਜ਼ਨਟ੍ਰੋਨ, ਇੱਥੇ ਪ੍ਰੋਪਰ ਡਾਈਜੈਸ਼ਨ ਹੁੰਦੀ ਹੈ। ਆ ਐਕਸਕ੍ਰੀਟਰੀ ਆਰਗਨ ਕੀ ਕਿਹੜਾ ਹੈਗਾ ਬੇਟੇ? ਐਕਸਕ੍ਰੀਟਰੀ ਆਰਗਨ ਹੈ ਥੀਸ ਆਰ ਦਾ ਮਾਲਪੀਜੀਅਨ ਟਿਬਿਊਲ, ਇਹ ਯੈਲੋ ਕਲਰਡ ਹੁੰਦੀਆਂ ਮਾਲਪੀਜੀਅਨ ਟਿਬਿਊਲ ਇਨ ਕੇਸ ਆਫ ਕਾਕਰੋਚ। ਬਹੁਤ ਸਾਰੇ ਜਿਹੜੇ ਆਰਥਰੋਪੋਡ ਆ ਉਹਨਾਂ ਦੇ ਵਿੱਚ ਗ੍ਰੀਨ ਗਲੈਂਡ, ਪੀਨ ਗਲੈਂਡ, ਉਹਨਾਂ ਬਾਰੇ ਵੀ ਆਪਾਂ ਡਿਸਕਸ ਕਰਾਂਗੇ, ਉਹ ਹੁੰਦੇ ਆ। ਬਟ ਕਾਕਰੋਚ ਦੇ ਵਿੱਚ ਐਕਸਕ੍ਰੀਟਰੀ ਆਰਗਨ ਹੈ that is ਮਾਲਪੀਜੀਅਨ ਟਿਬਿਊਲਸ। ਤਾਂ ਚਲੋ ਬਈ। Sir, ਯੈਸ ਬੇਟੇ।
ਸਰ ਕੋਲਨ ਉਹਦਾ ਕ੍ਰੌਪ ਦਾ ਕੀ ਫੰਕਸ਼ਨ ਦੱਸਿਆ ਤੁਸੀਂ? ਟੈਂਪਰੇਰੀ ਸਟਮਕ ਬੇਟੇ, ਟੈਂਪਰੇਰੀ ਸਟਮਕ। ਓਕੇ ਸਰ। ਤੇ ਸਰ ਜਿਹਦੇ ਟੀਥਸ ਹੁੰਦੇ ਆ ਉਹ ਕੀ ਬਣੇ ਕਿਹਦੇ ਹੁੰਦੇ ਆ? ਕਾਦੇ ਬੇਟੇ? ਸਰ ਜਿਹੜੇ ਕਾਈਟਨ ਦੇ, ਕਾਈਟਨ, ਇਟਸ ਅ ਪੋਲੀਸਕਰਾਈਡ, ਕੰਪਲੈਕਸ ਪੋਲੀਸਕਰਾਈਡ, ਕਾਈਟਨ। ਓਕੇ ਸਰ। ਜੀ ਬੇਟੇ। ਅੱਛਾ ਦੱਸੋ ਵੀ ਤੁਹਾਡੇ ਕੋਲ ਕਿੰਨੇ ਚੈਂਬਰਡ ਹਾਰਟ ਹੈ? ਸਰ 4। ਹੋਰ ਸਰ। ਸਰ 4 ਚੈਂਬਰਡ। ਤੇ ਕਾਕਰੋਚ Four. ਕੋਲ ਕਿੰਨੇ ਚੈਂਬਰਡ ਹੋਊਗਾ? ਕਾਕਰੋਚ ਕੋਲ ਕਿੰਨੇ ਚੈਂਬਰਡ ਹੋਊਗਾ? ਉਸੇ ਆਪਣੇ ਨਾਲ ਜ਼ਿਆਦਾ ਚੈਂਬਰ ਹੋਣਗੇ। ਆਪਣੇ ਤੋਂ ਜ਼ਿਆਦਾ ਕਿੰਨੇ ਕੁ ਫਿਰ ਵੀ? cockroach has 13 chambered heart. 13 ਚੈਂਬਰ ਹੈ, 1 2 3 4 5 6 7 8 9 10 11 12 ਤੇ ਇੱਕ ਜਿਹੜਾ anterior segment ਹੈ ਇੱਥੇ 13 ਹੋਣੇ ਚਾਹੀਦੇ ਆ। ਇਹ cockroach has 13 chambered heart। ਤਾਂ ਇਹ ਹਾਰਟ ਨਾ, ਜਿਵੇਂ ਸਾਡਾ ਹਾਰਟ ਕੰਟਰੈਕਟਾਈਲ, ਇਟਸ ਨਾਟ ਕੰਟਰੈਕਟਾਈਲ, it work with the help of muscles, these are called as ellery muscles। ellery muscles ਹੈ। ਇਹ ਕਿਵੇਂ ਕੰਮ ਕਰਦਾ ਵੀ ਪਹਿਲਾਂ ਤੁਸੀਂ ਹਾਰਟ ਦੀ ਲੋਕੇਸ਼ਨ ਵੇਖ ਲਓ, anterior to posterior ਹੈ। ਇੱਥੇ ਨਾ ਇਹਦੇ ਚ ਵੈਲਵ ਹੁੰਦੇ ਆ ਆ ਜਗ੍ਹਾ ਤੇ, at this place, ਹਰ ਜਗ੍ਹਾ ਤੇ ਹਰ ਹਾਰਟ ਦੇ ਕੋਲ ਇੱਥੇ ਵੈਲਵ ਹੁੰਦੇ ਆ। ਜਦੋਂ ਐਲਰੀ ਮਸਲ ਕੰਟਰੈਕਟ ਕਰਦੀ ਹੈ ਤਾਂ ਵੈਲਵ ਓਪਨ ਹੋ ਜਾਂਦੀ ਹੈ, ਤੇ ਜਿਹੜਾ ਇੱਥੇ ਖੜਾ ਹੋਇਆ ਬਲੱਡ ਹੈ, ਕਿਹਾ ਸੀ ਨਾ ਹੀਮੋਸੀਲ, blood from hemocoel enter into the heart। ਜਦੋਂ ਇਹ ਰਿਲੈਕਸ ਕਰਦੇ ਹੈ ਤਾਂ ਹਾਰਟ ਸਕਵੀਜ਼ ਕਰਦਾ ਹੈ ਤੇ ਇੱਥੋਂ ਬਲੱਡ ਮੂਵ ਟੁਆਰਡ ਦਾ ਬੈਕਵਰਡ ਡਾਇਰੈਕਸ਼ਨ, ਇੱਥੋਂ ਐਂਟਰ ਕਰਦਾ ਹੈ ਤੇ ਇੱਥੋਂ ਬਾਹਰ ਹੋ ਜਾਂਦਾ ਹੈ, ਕਮਸ ਇਨਟੂ ਦਾ ਹੀਮੋਸੀਲ। ਤਾਂ ਹਰੇਕ ਹਾਰਟ ਦੇ ਵਿੱਚ ਤੁਹਾਨੂੰ ਇੱਕ ਡਾਇਗਰਾਮ ਬਣਾ ਕੇ ਵਿਖਾਣਾ ਮੈਂ। ਤੇ ਦੇਖੋ ਬਈ ਕੁਛ ਆਹ ਸਟਰਕਚਰ ਹੁੰਦੀ ਆ ਹਾਰਟ ਦੀ, ਠੀਕ ਹੈ। ਇਟਸ ਜਸਟ ਲਾਈਕ ਦਿਸ। ਇਸ ਤਰੀਕੇ ਹੁੰਦੇ ਆ ਹਾਰਟ ਦੇ ਚੈਂਬਰ। ਤੇ ਆਪਾਂ ਇੱਕ ਵਾਰੀ ਇੱਥੋਂ ਕਲੋਜ਼ ਕਰ ਦਿੰਦੇ ਆ ਇਹਨੂੰ, ਵੈਸੇ ਕਲੋਜ਼ ਨਹੀਂ ਹੁੰਦਾ, ਇਹ ਕਲੋਜ਼ਡ ਹਾਰਟ ਆ। ਓਪਨ ਹਾਰਟ ਪਤਾ ਕਿਸ ਤਰ੍ਹਾਂ ਹੋਊਗਾ? ਆ ਇੱਥੋਂ ਵੈਲਵ ਓਪਨ ਹੋ ਜਾਂਦੀ ਹੈ ਤੇ ਬਲੱਡ ਇਹਦੇ ਵਿੱਚ ਐਂਟਰ ਕਰ ਜਾਂਦਾ ਹੈ ਫਰੋਮ ਬੋਥ ਸਾਈਡ, ਠੀਕ ਹੈ। ਇੱਥੋਂ ਐਂਟਰ ਕਰ ਗਿਆ। ਜਦੋਂ ਐਲਰੀ ਮਸਲ ਇਹਦੀ ਕੰਟਰੈਕਸ਼ਨ ਕਰਵਾਣਗੇ ਤਾਂ ਬਲੱਡ ਇਸ ਤਰੀਕੇ ਅਪਵਰਡ ਡਾਇਰੈਕਸ਼ਨ ਮੂਵ ਕਰੂਗਾ ਤੇ ਫਰੋਮ ਦਾ ਹੈਡ ਇਹ ਹੀਮੋਸੀਲ ਚ ਐਂਟਰ ਕਰ ਜੂਗਾ, ਠੀਕ ਹੈ। ਫਰੋਮ ਦਾ ਹੈਡ ਇਟ ਐਂਟਰ ਇਨਟੂ ਦਾ ਹੀਮੋਸੀਲ। ਇੱਥੋਂ ਜਦੋਂ ਵੈਲਵ ਕਲੋਜ਼ ਹੋ ਜਾਣਗੇ ਫਿਰ ਓਪਨ ਹੋਣਗੇ, ਫਿਰ ਇਹਦੇ ਵਿੱਚ ਐਂਟਰ ਕਰੂਗਾ, ਫਿਰ ਹਾਰਟ ਕੰਟਰੈਕਟ ਕਰੂਗਾ ਤੇ ਇਸ ਤਰੀਕੇ ਬਲੱਡ ਹੈ ਜਿਹੜਾ ਬੋਥ ਸਾਈਡ ਇਧਰੋਂ ਐ ਕਰਕੇ ਤੇ ਇਧਰੋਂ ਇਸ ਤਰੀਕੇ ਹਾਰਟ ਵਿਲ ਮੂਵ ਇਨ ਦਾ ਬੋਡੀ, ਸੌਰੀ ਬਲੱਡ ਵਿਲ ਮੂਵ। ਤੇ ਯਾਦ ਰੱਖੋ ਇਹਦਾ ਜਿਹੜਾ ਬਲੱਡ ਹੈ ਨਾ, ਇਹਦੇ ਕੋਲ HB ਨਹੀਂ ਹੁੰਦਾ ਬੇਟੇ, ਇਟ ਹੈਜ਼ ਨੋ HB, ਇਹਦੇ ਕੋਲ HB ਨਹੀਂ ਹੁੰਦਾ। ਤਾਂ ਸਾਡੇ ਕੋਲ HB ਦੇ ਵਿੱਚ ਕੀ ਹੁੰਦਾ ਹੈ? ਫੋਲਿਕ ਐਸਿਡ, that is iron, ਬਟ ਇਹਦੇ ਕੋਲ ਕੀ ਹੁੰਦਾ ਹੈ? ਕਾਪਰ ਹੁੰਦਾ ਹੈ। ਇਟ ਹੈਜ਼ ਕਾਪਰ ਮੈਟਲ ਇਨ ਇਟਸ ਬਲੱਡ। ਇਹ ਵੀ ਪੁਆਇੰਟ ਨੋਟ ਕਰਨ ਵਾਲਾ ਹੈ। ਸੋ ਹੀਮੋਸਾਇਨਿਨ ਪਿਗਮੈਂਟ ਹੁੰਦੀ ਹੈ, ਜਿਵੇਂ ਆਪਣੇ ਕੋਲ ਹੀਮੋਗਲੋਬਿਨ ਹੁੰਦੀ ਹੈ ਨਾ, ਇਹਦੇ ਕੋਲ ਕਿਹੜੀ ਪਿਗਮੈਂਟ ਹੁੰਦੀ ਹੈ? ਦੈਟਸ ਹੀਮੋਸਾਇਨਿਨ। ਇਹ ਬੇਟੇ ਪੁਆਇੰਟ ਬੁੱਕ 'ਚ ਨਹੀਂ ਦਿੱਤਾ ਹੋਇਆ, ਜਿਹੜੀ ਐਲੀਮੈਂਟਰੀ ਹੈ ਤੁਸੀਂ ਨੋਟ ਕਰ ਲਓ। cockroach blood has copper containing pigment that is hemocyanin। ਤੇ ਇੱਕ ਚੀਜ਼ ਹੋਰ ਯਾਦ ਰੱਖੋ, ਇਹ ਆਕਸੀਜਨ ਟਰਾਂਸਪੋਰਟ ਨਹੀਂ ਕਰਦਾ, ਇਹ ਆਕਸੀਜਨ ਟਰਾਂਸਪੋਰਟ ਨਹੀਂ ਕਰਦਾ। ਇਹ ਟਰਾਂਸਪੋਰਟ ਆਫ ਫੂਡ, ਟਰਾਂਸਪੋਰਟ ਆਫ ਹਾਰਮੋਨ, ਟਰਾਂਸਪੋਰਟ ਆਫ ਵੇਸਟ, ਉਹ ਸਾਰਾ ਕੁਝ ਕੌਣ ਟਰਾਂਸਪੋਰਟ ਕਰਦਾ ਹੈ? ਬਲੱਡ। ਬਟ ਇਟ ਡਸ ਨਾਟ ਟਰਾਂਸਪੋਰਟ ਦਾ ਗੈਸਿਸ। ਜਿਹੜੀਆਂ ਗੈਸਿਸ ਹੈ ਉਹ ਸੋਲੂਸ਼ਨ ਫਾਰਮ ਦੇ ਵਿੱਚ ਜਾਂਦੀਆਂ ਫਰੋਮ ਦਾ ਟ੍ਰੈਕੀਆ, ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਤਾਂ ਬਈ ਆ ਇਹਦੇ ਕੋਲ ਆ ਗਏ ਗਿਲਸ, ਰੈਸਪੀਰੇਟਰੀ ਸਿਸਟਮ ਦੇ ਵਿੱਚ ਦਿਸ ਇਜ਼ ਦਾ ਪ੍ਰੌਨ। ਤਾਂ ਪ੍ਰੌਨ ਬਾਰੇ ਵੀ ਆਪਾਂ ਕਾਫੀ ਗੱਲਾਂ ਕਰਨੀਆਂ। ਪ੍ਰੌਨ ਕੋਲ ਜਿਹੜੀ ਦਿਸ ਇਜ਼ ਦਾ ਆਈ, ਐਂਟੀਨੀ ਐਕਸੈਟਰਾ, ਬਟ ਯੂ ਕੈਨ ਸੀ these are the gills, these are paired, ਠੀਕ ਹੈ। ਤਾਂ these are the gills। ਤਾਂ ਇਹਦੇ ਕੋਲ ਮਤਲਬ ਕਿ ਪੇਅਰਡ ਗਿਲਸ ਹੁੰਦੇ ਹੈ, ਤਾਂ these are the gills ਬੇਟੇ।
ਤਾਂ ਇਹ ਗਿਲਸ ਕੀ ਕਰਦੇ ਆ, ਦੇ ਆਰ ਯੂਜ਼ਡ ਫॉर ਦਾ respiration, used for the respiration। ਤਾਂ ਬੇਟੇ these are the book lungs, lungs ਤਾਂ ਤੁਸੀਂ ਸੁਣਿਆ, these are the book lungs, ਠੀਕ ਹੈ। ਤਾਂ ਇਹ just like paper ਦੀ ਤਰ੍ਹਾਂ fold ਹੋਏ ਹੋਏ ਹੁੰਦੇ ਆ, that's why these are called as book lungs, these are the book lungs। aquatic form ਦੇ ਵਿੱਚ book lungs ਹੁੰਦੇ ਆ ਬੇਟੇ, ਯਾਦ ਰੱਖੋ, in aquatic forms there are the book lungs, these are the book lungs, these are also used for respiration। this is the trachea, ਇਹ cockroach ਕੋਲ ਹੁੰਦਾ ਹੈ, grasshopper ਕੋਲ ਹੁੰਦਾ ਹੈ। there is a tracheal respiration, tracheal respiration ਕਿਵੇਂ ਹੈ, ਤੁਸੀਂ ਕਦੇ ਨਾ yellow wasp ਵੇਖਿਆ ਹੋਵੇ, ਸ਼ਾਇਦ ਇਹਦੇ ਨਾਲ ਡਾਇਗਰਾਮ ਸਹੀ ਨਾ ਬਣੇ ਮਾਊਸ ਨਾਲ, ਤਾਂ yellow wasp it's just like this, ਠੀਕ ਹੈ, ਐ ਕਰਕੇ ਹੁੰਦਾ ਹੈ wasp। ਤਾਂ ਤੁਸੀਂ ਨਾ ਕਦੇ ਨੋਟ ਕਰਿਆ ਜੇ ਬੇਟੇ, ਉਹਦਾ ਜਿਹੜਾ ਐਬਡੋਮਨ ਹੈ ਨਾ ਕੰਟੀਨਿਊਸਲੀ ਮੂਵ ਕਰਦਾ ਰਹਿੰਦਾ ਹੈ, ਜਿਵੇਂ ਤੁਸੀਂ ਦੋਵੇਂ ਹੱਥ ਜੋੜ ਕੇ ਆਪਣੇ ਕੰਟਰੈਕਟ ਐਂਡ ਐਕਸਪੈਂਡ ਕਰੋ, ਇਨ ਦਿਸ ਵੇ ਇਟ ਮੂਵਸ, ਇਹ ਚ ਇੱਕ ਮੂਵਮੈਂਟ ਦਿਖਾਈ ਦਿੰਦੀ ਹੈ। ਨੋਟ ਕੀਤਾ ਬੇਟੇ, ਯੈਲੋ ਵਾਸਪ ਦੇ ਵਿੱਚ देयर इज ऑलवेज मूवमेंट ऑफ द ਐਬਡੋਮੀਨਲ ਪਾਰਟ। ਤਾਂ ਆ ਕੀ ਹੁੰਦਾ ਹੈ, ਆ ਇੱਕ ਟਰੈਕੀਆ ਹੈ, ਸੈਟ ਆਫ ਟਿਊਬਸ, ਜਦੋਂ ਇਹ ਐਬਡੋਮਨ ਨੂੰ ਕੰਟਰੈਕਟ ਕਰਦਾ ਹੈ ਤਾਂ 에ਅਰ ਬਾਹਰ ਚਲੀ ਜਾਂਦੀ ਹੈ ਹਰੇਕ ਟਿਊਬ ਚੋਂ, ਠੀਕ ਹੈ। ਵੈਨ ਇਟ ਕੰਟਰੈਕਟਿਡਸ ਐਬਡੋਮਨ, 에ਅਰ ਬਾਹਰ ਚਲੀ ਜਾਂਦੀ ਹੈ। ਜਦੋਂ ਇਹ ਐਬਡੋਮਨ ਨੂੰ ਰਿਲੈਕਸ ਕਰਦਾ ਹੈ ਤਾਂ 에ਅਰ ਐਂਟਰਸ ਇਨਸਾਈਡ ਦਾ ਟਰੈਕੀਆ, ਤੇ ਇਹਨਾਂ ਟਿਊਬਸ ਦੇ ਦੁਆਲੇ ਕੀ ਹੁੰਦਾ ਹੈ, ਬਲੱਡ ਹੈ, ਥਰੂ ਸੋਲਿਊਸ਼ਨ ਫਾਰਮ ਔਰ ਥਰੂ ਸੋਲੂਬਲ ਫਾਰਮ, ਹੀਮੋਗਲੋਬਿਨ ਨਹੀਂ ਲੈ ਕੇ ਜਾਂਦਾ, ਸੋਲਿਊਸ਼ਨ ਫਾਰਮ ਦੇ ਵਿੱਚ ਇਟ ਰੀਚਸ ਟੂ ਆਲ ਪਾਰਟਸ ਆਫ ਬੋਡੀ। ਤੇ ਜਦੋਂ ਕੰਟਰੈਕਟ ਕਰੂਗਾ 에ਅਰ ਗੋਜ਼ ਆਊਟ, ਜਦੋਂ ਰਿਲੈਕਸ ਕਰੂਗਾ ਐਬਡੋਮਨ ਨੂੰ 에ਅਰ ਗੋਜ਼ ਇਨ। ਇਹ ਚੀਜ਼ ਬੇਟੇ ਯਾਦ ਰੱਖਿਓ, ਇਨ ਦਿਸ ਵੇ there is the exchange of gases in case of arthropod। this is the tracheal respiration, this is the tracheal respiration। ਤਾਂ ਅੱਗੇ ਆ ਜਾਓ ਬੇਟੇ, ਅੱਗੇ ਕੀ ਹੈ ਤੁਹਾਡੇ ਕੋਲ, ਇਹ ਆਪਣੇ ਕੋਲ ਦਿਖਾਈ ਗਈ ਹੈ ਨਰਵ ਕੋਡ, this is the nerve code, the nerve code, ਠੀਕ ਹੈ। ਤਾਂ ਨਰਵਸ ਸਿਸਟਮ ਬਾਰੇ ਆਪਾਂ ਗੱਲ ਕਰਨ ਲੱਗੇ ਹਾਂ। ਤਾਂ ਸੋਰੀ, ਇੱਥੇ ਮੈਂ ਤੁਹਾਨੂੰ ਦਿਖਾਣਾ ਸੀ ਗ੍ਰੀਨ ਗਲੈਂਡ, ਦਿਸ ਇਜ਼ ਦ ਐਕਸਕ੍ਰੀਟਰੀ ਪੋਰਸ਼ਨ। ਚਲੋ ਇਹਦੇ ਨਾਲ ਬਾਕੀ ਸਿਸਟਮ ਵੀ ਵਿਖਦੇ ਪਏ ਹੈ। ਗ੍ਰੀਨ ਗਲੈਂਡ ਇਜ਼ ਐਕਸਕ੍ਰੀਟਰੀ ਆਰਗਨ ਇਨ ਕੇਸ ਆਫ ਆਰਥਰੋਪੋਡ, ਆ ਇਹਨਾਂ ਦੀ ਬੇਟੇ ਨਰਵ ਕੋਡ ਹੈ, ਠੀਕ ਹੈ। ਇਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਕੱਲ ਤੁਹਾਨੂੰ ਮੈਂ ਇੱਕ ਚੀਜ਼ ਦੱਸੀ ਸੀ, ਆਪਾਂ ਜੇ ਵਰਟੀਬ੍ਰੇਟਸ ਦੀ ਡਿਸੈਕਸ਼ਨ ਕਰਨੀ ਹੋਵੇ ਤਾਂ ਆਪਾਂ ਵੈਂਟਰਲ ਸਾਈਡ ਤੋਂ ਕਰਦੇ ਹਾਂ, ਬਟ ਜੇ ਤੁਸੀਂ ਇਨਵਰਟੀਬ੍ਰੇਟਸ ਦੀ ਕਰਨੀ ਹੋਵੇ ਤਾਂ ਤੁਸੀਂ ਡੋਰਸਲ ਸਾਈਡ ਤੋਂ ਡਿਸੈਕਸ਼ਨ ਕਰੋਗੇ, ਇਸ ਸਾਈਡ ਤੋਂ। ਕਾਰਨ ਕਿ ਇਹਨਾਂ ਦੀ ਜਿਹੜੀ ਨਿਊਰਲ ਕੋਡ ਹੈ ਉਹ ਵੈਂਟਰਲ ਸਾਈਡ ਹੁੰਦੀ ਹੈ, ਇਹ ਚੀਜ਼ ਜ਼ਰੂਰ ਨੋਟ ਰੱਖਣੀ ਹੈ। ਸੋ ਦਿਸ ਇਜ਼ ਦਾ ਗ੍ਰੀਨ ਗਲੈਂਡ। ਗ੍ਰੀਨ ਗਲੈਂਡ ਕੀ ਹੈ, ਇਟਸ ਐਕਸਕ੍ਰੀਟਰੀ ਆਰਗਨ ਆਫ ਆਰਥਰੋਪੋਡਸ। ਯਾਦ ਰੱਖੋ, ਗ੍ਰੀਨ ਗਲੈਂਡ ਇਜ਼ ਐਕਸਕ੍ਰੀਟਰੀ ਆਰਗਨ ਆਫ ਆਰਥਰੋਪੋਡਸ, ਠੀਕ ਹੈ। these are the malpighian tubules, these are the malpighian tubules। ਕਾਕਰੋਚ ਜਾਂ ਗ੍ਰਾਸ ਹੋਪਰ ਇਹਨਾਂ ਕੋਲ ਕੀ ਹੁੰਦੀਆਂ, malpighian tubules ਹੁੰਦੀਆਂ, and these are the excretory organs of the arthropod। malpighian tubules are the excretory organ of arthropods, ठीक है। ਤਾਂ ਬੇਟੇ this is the nerve cord, this is the nerve cord। ਤਾਂ ਤੁਹਾਡੇ ਕੋਲ ਬ੍ਰੇਨ ਕਿੰਨੇ ਹੈ, yes anybody? सर की है only one, but cockroach has 1 3 plus 6 brains ਹੁੰਦੇ ਆ, ਠੀਕ ਹੈ। ਤੇ ਇਹਨਾਂ ਨੂੰ ਬੋਲਦੇ ਆ ਗੈਂਗਲੀਆ, ਜਿਹਦਾ ਸੁਪਰਾਓਇਸੋਫੇਜੀਅਲ ਗੈਂਗਲੀਆ, ਜਿਹੜਾ ਐਗਜ਼ੈਕਟ ਬ੍ਰੇਨ ਵਾਲੀ ਪੋਜੀਸ਼ਨ ਤੇ ਹੁੰਦਾ ਹੈ। these three are the thoracic ganglia, ਠੀਕ ਹੈ। one is pro, meso, meta, ਜਿਵੇਂ ਆਪਾਂ ਪੜ੍ਹੀ ਸੀ ਨਾ, this is the prothorax, mesothorax, metathorax। ਤਾਂ ਉਵੇਂ ਹੀ prothorax ਦੇ ਵਿੱਚ prothoracic ganglia, mesothoracic ganglia, metathoracic ganglia, and these are the abdominal ganglia। 6 + 3 9 ਤੇ 10 ਬ੍ਰੇਨ ਹੋ ਗਏ, ਵੈਸੇ 11 ਹੁੰਦੇ ਆ, ਤੁਹਾਨੂੰ ਦੂਜੇ ਦੀ ਲੋਕੇਸ਼ਨ ਫਿਰ ਕਦੇ ਦੱਸਾਂਗੇ। ਸੋ this is the nerve cord of arthropods, and each segment has a miniature brain। ਹਰ ਇਹਦੀ ਸੈਗਮੈਂਟ ਕੋਲ ਇੱਕ ਬ੍ਰੇਨ ਹੁੰਦਾ ਹੈ, that is called as ganglia, ਠੀਕ ਹੈ। that's called as ganglia। ਇੱਕ ਨਵੀਂ ਚੀਜ਼ ਹੋਰ ਦੱਸਦਾ ਹੈ,
ਤੁਸੀਂ ਕਾਕਰੋਚ ਦਾ ਸਿਰ ਕੱਟ ਕਰ ਦਿਓ, ਆ ਪੋਰਸ਼ਨ ਕੱਟ ਕਰ ਦਿਓ ਹੈਡ, ਠੀਕ ਹੈ। ਇਹਦੀ ਬੋਡੀ 'ਚ ਨਿਊਟ੍ਰੀਐਂਟ ਹੋਣੇ ਚਾਹੀਦੇ ਹੈ ਤੇ ਇੱਕ ਅਸੈਪਟਿਕ ਕੰਡੀਸ਼ਨ ਹੋਣੀਆਂ ਚਾਹੀਦੀਆਂ, ਇਹਨੂੰ ਇਨਫੈਕਸ਼ਨ ਨਾ ਹੋਵੇ। ਇਟ ਕੈਨ ਸਰਵਾਈਵ ਫॉर ਅ ਮੰਥ, 1 ਮਹੀਨੇ ਲਈ ਸਰਵਾਈਵ ਕਰ ਸਕਦਾ ਹੈ ਕਾਕਰੋਚ ਵਿਦਾਊਟ ਇਟਸ ਹੈਡ। ਯਾਦ ਰੱਖੋ, ਇਟ ਕੈਨ ਸਰਵਾਈਵ ਫॉर 1 ਮੰਥ ਵਿਦਾਊਟ ਇਟਸ ਹੈਡ। ਵਾਈ? ਬਿਕੋਜ਼ ਹੈਡ ਤਾਂ ਸਾਰੀ ਬੋਡੀ ਦੇ ਹਰ ਪਾਰਟ ਦਾ ਅਲੱਗ-ਅਲੱਗ ਹੈ, ਤਾਂ ਫਿਰ ਇਹਦਾ ਕੀ ਕਰਨਾ ਇਹਨੇ, ਠੀਕ ਹੈ। ਸੋ ਦੈਟਸ ਵਾਈ ਇਟ ਕੈਨ ਸਰਵਾਈਵ ਫॉर 1 ਮੰਥ ਵਿਦਾਊਟ ਹੈਡ, ਠੀਕ ਹੈ। ਜਦੋਂ ਇਹਦੀ ਬੋਡੀ 'ਚ ਰਿਜ਼ਰਵ ਫੂਡ ਐਗਜ਼ੌਸਟ ਹੋ ਜਾਊਗਾ ਤੇ ਉਦੋਂ ਮਰ ਜਾਊਗਾ। रेस्पिरेशन भी हरेक पार्ट अलग कर रहा है, ठीक है, ब्रेन भी हरेक पार्ट का अलग है, so that's why it can survive without head for 1 month under aseptic condition, micro free conditions ਦੇ ਵਿੱਚ ਸਰਵਾਈਵ ਕਰ ਸਕਦਾ ਹੈ। ਤਾਂ ਹੁਣ ਆ ਜਾਓ ਜੀ ਸੈਂਸ ਆਰਗਨਸ। ਤਾਂ ਵੀ ਕੋਮਲ ਤੇਰੇ ਕੋਲ ਅੱਖਾਂ ਕਿੰਨੀਆਂ ਹੈ? ਸਰ 2। 2। ਅੱਛਾ, ਤੇ ਮੱਖੀ ਕੋਲ ਕਿੰਨੀਆਂ ਹੁੰਦੀਆਂ? हाउस फ्लाई, मस्का, डस्टी, टिट्टा। सर 4। सुन के हैरान हो जाओगे, हाउस फ्लाई हैव 2000 आइज। ਜਿਹੜੀ ਆਪਣੇ ਘਰੇ ਮੱਖੀ ਉੜਦੀ ਫਿਰਦੀ ਹੁੰਦੀ ਹੈ ਨਾ, ਆਪਣੇ ਘਰਾਂ 'ਚ ਤਾਂ ਨਹੀਂ ਹੁੰਦੀ ਵੈਸੇ, ਜਿੱਥੇ ਗੰਦੀ ਥਾਵਾਂ ਹੁੰਦੀਆਂ ਉੱਥੇ ਉੱਡੀ ਫਿਰਦੀ ਹੁੰਦੀ ਹੈ, that has a 2000 eye and maximum number is 20000, 10000 on each side। ਤਾਂ ਵੇਖੋ, it's not a single eye, it's not a single eye, it's not a single eye, एक single eye नहीं है, याद रखो, it's not a single eye, it's not a single eye। एक केड़ी eye है? It's a compound eye, this is a compound eye, this is compound eye। तो याद रखो, ਇਹਦੇ ਵਿੱਚ ਹਰੇਕ ਛੋਟੀ ਅੱਖ ਨੂੰ ਜਿਹੜੀ ਆ ਦਿਖਦੀ ਪਈ ਹੈ, ਇਹਨੂੰ ਕਹਿੰਦੇ ਹੈ ओमिटिडियम। याद रखो, दिस इज कॉल्ड एज ओमिटिडियम। हर आई ਨੂੰ ਕੀ ਕਹਿੰਦੇ ਆਪਾਂ? ओमिटिडियम। ਤੇ ਇਸ ਵਿਜ਼ਨ ਨੂੰ ਕਿਹਾ ਜਾਂਦਾ ਹੈ ਮੋਜ਼ੈਕ ਵਿਜ਼ਨ, ਮੋਜ਼ੈਕ ਵਿਜ਼ਨ, ਠੀਕ ਹੈ। ਮੋਜ਼ੈਕ ਦੇ ਸਪੈਲਿੰਗ ਨੋਟ ਕਰ ਲਓ, ਕਿਤੇ ਗਲਤ ਲਿਖਦੇ ਹੋ, ਮੋਜ਼ੈਕ ਵਿਜ਼ਨ, ਠੀਕ ਹੈ, SAIC, ਦਿਸ ਇਜ਼ ਦਾ ਮੋਜ਼ੈਕ ਵਿਜ਼ਨ। ਇਹਦੇ 'ਚ ਕਿਹੜੀ ਵਿਜ਼ਨ ਹੁੰਦੀ ਹੈ? ਮੋਜ਼ੈਕ ਵਿਜ਼ਨ ਹੁੰਦੀ ਹੈ। ਮੋਜ਼ੈਕ ਵਿਜ਼ਨ ਦਾ ਮਤਲਬ ਕੀ ਹੈ ਕਿ ਜਿਵੇਂ ਹੁਣ ਨਿਮਰ ਆਪਦੇ ਫੋਨ ਵੱਲ ਵੇਖਦੀ ਪਈ ਹੈ, ਜਾਂ ਕੋਮਲ ਜਾਂ ਜੈਸਮੀਨ, ਤੇ ਇਹਦੀਆਂ ਦੋਵੇਂ ਅੱਖਾਂ ਫੋਨ ਵੱਲ ਦੇਖਦੀਆਂ ਪਈਆਂ, ਪਿੱਛੇ ਨਹੀਂ ਵੇਖ ਸਕਦੀ, ਬਟ 270 ਡਿਗਰੀ ਤੇ ਵੇਖ ਸਕਦੀ ਹੈ ਬੇਟੇ। ਇਹਨਾਂ ਦੀ ਹਰੇਕ ਆਈ ਇੱਕ ਇਮੇਜ ਨੂੰ ਫੋਕਸ ਕਰਦੀ ਹੈ, ਠੀਕ ਹੈ, ਤੇ 270 ਡਿਗਰੀ ਤੇ ਵੇਖ ਸਕਦੀ ਹੈ, ਸਿਰਫ ਇਸ ਸਾਈਡ ਤੇ ਨਹੀਂ ਦੇਖ ਸਕਦੀ। ਸੋ ਐਸੇ ਕਰਕੇ ਮੱਖੀ ਦੇ ਤੁਸੀਂ ਇਧਰੋਂ ਹੱਥ ਲਿਆਓ ਤਾਂ ਵੀ ਉੱਡ ਜਾਂਦੀ ਹੈ, ਇਧਰੋਂ ਕਿਸੇ ਪਾਸੋਂ ਲਿਆਓ ਇਟ ਵਿਲ ਫਲਾਈ, ਠੀਕ ਹੈ। ਤਾਂ ਕਿਉਂਕਿ ਇਹ 270 ਡਾਇਰੈਕਸ਼ਨ ਦੇ ਵਿੱਚ ਦੇਖ ਸਕਦੀ ਹੈ, ਤੇ ਜਿਹੜਾ ਇਮੇਜ ਹੈ ਉਹ ਬ੍ਰੇਨ ਦੇ ਵਿੱਚ ਬਣਦਾ ਹੈ, ਜਿਹੜਾ ਸੈਰੀਬਰਲ ਗੈਂਗਲੀਆ ਹੈ, ਇੱਥੇ ਇਮੇਜ ਫਾਰਮੇਸ਼ਨ ਹੁੰਦੀ ਹੈ। ਸੋ ਦੇ ਹੈਵ ਗ੍ਰੇਟ ਨੰਬਰ ਆਫ ਆਈਜ਼। ਤੇ ਇਹਨਾਂ ਦੀ ਪਿਕ ਕਿਵੇਂ ਬਣਦੀ ਹੈ? ਇਹਨਾਂ ਦੀ ਪਿਕ ਟੁਕੜਿਆਂ 'ਚ ਬਣਦੀ ਹੈ ਬ੍ਰੇਨ ਦੇ ਵਿੱਚ। ਕਿਸ ਤਰ੍ਹਾਂ? ਕਿ ਇਸ ਤਰੀਕੇ ਨਾਲ ਜਿਹੜਾ ਹਰੇਕ ਓਮਿਟਿਡੀਅਮ ਹੈ, ਦੈਟਸ ਹੈਕਸਾਗੋਨਲ ਔਨ ਇਟਸ ਸਰਫੇਸ, ਲਾਈਕ ਦਿਸ, ਠੀਕ ਹੈ। ਓਮਿਟਿਡੀਅਮ ਕੀ ਹੁੰਦੀ ਹੈ? ਹੈਕਸਾਗੋਨਲ ਹੁੰਦੇ ਆ ਇਸ ਤਰੀਕੇ, ਓਮਿਟਿਡੀਅਮਸ ਆਰ ਹੈਕਸਾਗੋਨਲ। ਤੇ ਇਮੇਜ ਵੀ ਇਹਨਾਂ ਦੀ ਇੱਕ ਡਲ ਇਮੇਜ ਬਣਦੀ ਹੈ ਬ੍ਰੇਨ ਦੇ ਵਿੱਚ, ਕਲੀਅਰ ਇਮੇਜ ਨਹੀਂ ਬਣਦੀ, ਤੇ ਟੁਕੜਿਆਂ ਦੇ ਵਿੱਚ ਬਣਦੀ ਹੈ, ਠੀਕ ਹੈ। ਸੋ that is called as mosaic vision, that is called as mosaic vision। ਤਾਂ ਵੇਖੋ ਆ ਓਮਿਟਿਡੀਆ ਵਿਖਾਏ ਗਏ, ਪਾਣੀ ਦੇ ਤੁਹਾਨੂੰ ਪਾਣੀ, ਤਾਂ ਇਹ ਸਾਰੇ ਕੀ ਹੈ? these are the ommatidiums, these are the ommatidiums। ਤੇ ਇੱਕ ਆਬਜੈਕਟ ਤੇ ਹਰੇਕ ਪਾਰਟ ਤੋਂ ਲਾਈਟ ਆ ਰਹੀ ਹੈ, ਤਾਂ ਇੱਕ ਇਮੇਜ ਬਣਾਉਂਦੀ ਹੈ, ਠੀਕ ਹੈ, that is constituted in the brain। ਤੇ ਇਹਨਾਂ ਦੇ ਵਿੱਚ ਡੇ ਐਂਡ ਨਾਈਟ ਦਾ ਮੈਕੈਨਿਜ਼ਮ ਵੀ ਅਲੱਗ-ਅਲੱਗ ਹੁੰਦਾ, ਉਹ ਤੁਸੀਂ ਹਾਇਰ ਕਲਾਸਿਸ ਦੇ ਵਿੱਚ ਪੜ੍ਹੋਗੇ। ਡੇ ਐਂਡ ਨਾਈਟ ਦਾ ਜੋ ਮੈਕੈਨਿਜ਼ਮ ਹੈ ਉਹ ਵੀ ਅਲੱਗ-ਅਲੱਗ ਹੁੰਦਾ ਹੈ, ਠੀਕ ਹੈ। ਤਾਂ ਬਈ ਮਸਲਸ, ਤਾਂ ਮਸਲਸ ਬਾਰੇ ਗੱਲ ਕਰੀਏ ਤਾਂ ਬੇਟੇ ਇਹਨਾਂ ਕੋਲ ਮੇਨਲੀ ਸਟ੍ਰਾਈਪਡ ਮਸਲ ਹੁੰਦੇ ਆ। ਇਹ ਤੁਹਾਨੂੰ ਕਾਕਰੋਚ ਚੋਂ ਆਪਾਂ ਕਿਸੇ ਦਿਨ ਕੱਢ ਕੇ ਵੀ ਦਿਖਾਵਾਂਗੇ, ਆਪਣੇ ਕੋਲ ਮਾਈਕਰੋਸਕੋਪ ਹੈ, ਠੀਕ ਹੈ। ਸੋ ਆ ਦੇਖੋ, ਦਿਸ ਇਜ਼ ਦਾ ਕੰਟਰੈਕਟਡ ਮਸਲ ਐਂਡ ਦਿਸ ਇਜ਼ ਦਾ ਰਿਲੈਕਸਡ ਮਸਲ।
ਤਾਂ they have striated muscles or we can say that they have voluntary muscles। ਆਪਾਂ ਕਾਕਰੋਚ ਦੀ ਲੈਗ ਚੋਂ ਕੱਢਾਂਗੇ ਤਾਂ they have the muscles। ਇੱਕ ਬੜੀ ਖਾਸ ਚੀਜ਼ ਹੋਈ, ਬੜੀ ਖਾਸ ਚੀਜ਼ ਹੈ। ਤੁਸੀਂ ਕਦੇ ਵੇਖਿਆ ਹੋਣਾ ਬੱਚੇ ਵੀ ਸਾਰੀਆਂ ਕੀੜੀਆਂ ਇੱਕ ਲਾਈਨ 'ਚ ਚੱਲਦੀਆਂ ਜਾਂ ਸਾਰੇ ਕੀੜੇ ਇੱਕ ਲਾਈਨ 'ਚ ਚੱਲਦੇ ਆ, ਦੇਖਿਆ? ਯੈਸ ਤਾਂ ਕਈ ਵਾਰੀ ਨਾ ਤੁਹਾਡੇ ਟੀਚਰ ਵੀ ਡਾਂਟ ਦਿੰਦੇ ਆ ਵੀ ਇਹਨਾਂ ਤੋਂ ਸਿੱਖੋ, ਇਹ ਸਾਰੇ ਲਾਈਨ 'ਚ ਚੱਲਦੇ ਆ, ਤੁਸੀਂ ਐ ਭੱਜੇ ਫਿਰਦੇ ਹੋ, ਠੀਕ ਹੈ। ਤੇ ਕਦੇ ਤੁਸੀਂ ਆਪ ਇੱਕ ਚੀਜ਼ ਵੀ ਵੇਖੀ ਹੋਣੀ ਹੈ, ਇੱਕ ਕੀੜੀ ਤੇ ਦੂਜੀ ਕੀੜੀ ਨਾ ਆਪਸ ਦੇ ਚ these are the antennae, ਇੱਕ ਦੂਜੇ ਨਾਲ ਐਂਟੀਨੇ ਸ਼ੇਅਰ ਕਰਦੀਆਂ, ਐ ਲੱਗਦੀਆਂ ਜਿਵੇਂ ਹੈਂਡਸ਼ੇਕ ਕਰਦੀਆਂ ਪਈਆਂ ਹੋਣ। ਦੇਖਿਆ ਕਦੇ ਇਹ ਨੋਟ ਕਰਦੇ ਹੋਏ? ਉਸ ਲਾਈਨ ਨੂੰ ਧਿਆਨ ਨਾਲ ਵੇਖਿਆ ਜੇ, ਜਦੋਂ ਇੱਕ ਦੂਜੇ ਦੇ ਨੇੜੇ ਹੋਣਗੇ ਨਾ ਤਾਂ ਉਹ ਆਪਣੇ ਐਂਟੀਨੇ ਇੱਕ ਦੂਜੇ ਨਾਲ ਲਗਾਣਗੇ। ਤਾਂ ਬੱਚੇ ਹੁਣ ਇਸ ਚੀਜ਼ ਨੂੰ ਧਿਆਨ ਨਾਲ ਸੁਣੋ, ਇਹ ਹੈ ਕੀ ਚੀਜ਼। ਜਿਹੜੇ ਕੀੜੇ ਹੈ ਨਾ ਇਹ ਆਪਣੀ ਬੈਕ ਸਾਈਡ ਤੇ ਇੱਕ ਹਾਰਮੋਨ ਛੱਡਦੇ ਆ, that is called as pheromone। ਧਿਆਨ ਨਾਲ ਸੁਣ ਲਿਓ, that is called as pheromone, ਠੀਕ ਹੈ, that is called as pheromone। ਤਾਂ ਇਹ ਨਾ ਜਿਹੜਾ ਫਿਰਾਮੋਨ ਹੈ ਬੇਟੇ, ਫਿਰੋਮੋਨ ਔਰ ਫਿਰਾਮੋਨ ਕਹਿ ਸਕਦੇ ਆ ਆਪਾਂ, ਇਹ ਨਾ ਸਰਫੇਸ ਤੇ ਲਗਾਉਂਦੇ ਜਾਂਦੇ ਆ ਐ ਕਰਕੇ, ਠੀਕ ਹੈ, ਇਸ ਤਰੀਕੇ। ਜੇ ਮੰਨ ਲਓ ਵੀ ਇੱਕ ਕੀੜੀ ਹੈ, ਉਹ ਐ ਗਈ ਇਧਰੋਂ ਗਈ, ਠੀਕ ਹੈ, ਉਹਨੂੰ ਇੱਥੇ ਜਾ ਕੇ ਫੂਡ ਮਿਲ ਗਿਆ ਤਾਂ ਉਸ ਫਿਰਾਮੋਨ ਨੂੰ ਸੁੰਘਦੀ ਉਹ ਵਾਪਸ ਆਊਗੀ। ਰਾਹ 'ਚ ਕੋਈ ਕੀੜੀ ਮਿਲ ਗਈ, ਉਹਨੂੰ ਦੱਸੂਗੀ ਭਾਈ ਉੱਥੇ ਖਾਣ ਨੂੰ ਬਥੇਰਾ ਕੁਛ ਪਿਆ, ਫਿਰ ਉਹ ਵੀ ਉਸ ਫਿਰਾਮੋਨ ਨੂੰ ਸੁੰਘਦੀ ਜਾਊਗੀ। ਤਾਂ ਫਿਰਾਮੋਨ ਦਾ ਸਿਗਨਲ ਕਿਵੇਂ ਦਿੰਦੇ ਆ? ਥਰੂ ਐਂਟੀਨੇ, ਠੀਕ ਹੈ। ਦਿਸ ਇਜ਼ ਅ ਹਾਰਮੋਨ ਐਂਡ ਦਿਸ ਇਜ਼ ਅ ਹੀਡੋਨਿਕ ਸੈਂਟ, ਜਿਹੜਾ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਡੌਗਸ ਦੀ ਬੋਡੀ 'ਚ ਵੀ ਇੱਕ ਸੈਂਟ ਹੁੰਦਾ ਹੈ, ਤੁਹਾਨੂੰ ਦੱਸਿਆ ਸੀ ਉਹ ਆਪਣਾ ਏਰੀਆ ਡਿਮਾਰਕੇਸ਼ਨ ਕਰਦੇ ਆ, ਡੌਗਸ, ਲਾਇਨਸ ਤੇ ਟਾਈਗਰਸ। ਉਵੇਂ ਇਹ ਕੀ ਕਰਦੇ ਆ, ਇਹ ਰਸਤਾ ਦੱਸ ਦਿੰਦੇ ਆ, ਉਸੇ ਰਸਤੇ ਨੂੰ ਵੇਖ ਕੇ ਸਾਰੀਆਂ ਕੀੜੀਆਂ ਤੁਰੀਆਂ ਜਾਂਦੀਆਂ ਐਂਡ ਦੇ ਫਾਈਂਡ ਦਾ ਫੂਡ, ਠੀਕ ਹੈ। ਐਸੇ ਤਰੀਕੇ ਐਨਮੀ ਬਾਰੇ ਵੀ ਦੱਸਦੇ ਆ ਵੀ ਫਲਾਨੀ ਸਾਈਡ ਤੇ ਐਨਮੀ ਹੈ। ਚਲੋ ਇਹਨਾਂ ਬਾਰੇ ਬਹੁਤ ਡਿਟੇਲ 'ਚ ਆਪਾਂ ਇੱਕ ਖਾਸ ਗੱਲ ਕਰਾਂਗੇ ਅੱਗੇ ਜਾ ਕੇ, ਠੀਕ ਹੈ। ਦੈਨ ਵੀ ਸੈਕਸਿਸ ਬਾਰੇ ਗੱਲ ਕਰ ਲਈਏ ਪਹਿਲਾਂ, ਇਹਨਾਂ ਦੇ ਮੈਟਾਮੋਰਫੋਸਿਸ ਬਾਰੇ ਗੱਲ ਕਰਨ ਤੋਂ ਬਾਅਦ। Sexes, they are dioecious, that mean male and female are separate, and there is a sexual dimorphism ਦਾ ਮਤਲਬ ਸਮਝ ਲਓ, ਡਾਈ ਦਾ ਮਤਲਬ ਹੁੰਦਾ ਹੈ ਟੂ, ਡਾਈ means ਟੂ, ਤੇ ਮੋਰਫਿਜ਼ਮ ਮਤਲਬ ਮੋਰਫੋਲੋਜੀ। ਤਾਂ ਮੇਲ ਐਂਡ ਫੀਮੇਲ ਕੀ ਹੈ, ਸੈਪਰੇਟ ਪਤਾ ਲੱਗ ਜਾਂਦਾ ਹੈ ਵੀ ਆ ਮੇਲ ਹੈ ਤੇ ਆਹ ਫੀਮੇਲ ਹੈ। ਦੇ ਸ਼ੋ ਦਾ ਸੈਕਸੁਅਲ ਡਾਈਮੋਰਫਿਜ਼ਮ, that mean male and female are separate। ਇੱਕ ਵਾਰੀ ਇਹਨਾਂ ਦੇ ਵਿੱਚ ਬੜੀ ਖਾਸ ਗੱਲ ਹੁੰਦੀ ਹੈ ਬੱਚੇ, ਇਹਨਾਂ ਦੀ ਜਿਹੜੀ ਲਾਈਫ ਸਾਈਕਲ ਹੈ ਨਾ ਉਹਦੇ ਵਿੱਚ ਅਲੱਗ-ਅਲੱਗ ਫੇਸਿਸ ਆਉਂਦੀ ਹੈ। ਅਲੱਗ-ਅਲੱਗ ਫੇਸਿਸ ਕਿਸ ਤਰ੍ਹਾਂ ਆਉਂਦੇ ਹੈ? ਪਹਿਲਾਂ ਕੀ ਹੁੰਦਾ ਹੈ, ਐਗ ਹੁੰਦਾ ਹੈ, ਐਗ ਚੋਂ ਕੀ ਨਿਕਲਦਾ ਹੈ, ਲਾਰਵਾ ਤੋਂ ਕੀ ਬਣ ਜਾਂਦਾ ਹੈ, ਪਿਊਪਾ, ਤੇ ਪਿਊਪਾ ਤੋਂ ਕੀ ਬਣ ਜਾਂਦਾ ਹੈ, ਅਡਲਟ ਬਣ ਜਾਂਦਾ ਹੈ, ਠੀਕ ਹੈ। ਤਾਂ ਐਗ, ਲਾਰਵਾ, ਪਿਊਪਾ ਤੇ ਅਡਲਟ, ਕਈਆਂ ਦੇ ਵਿੱਚ ਅਲੱਗ ਵੀ ਹੁੰਦੀ ਹੈ ਲਾਈਫ ਹਿਸਟਰੀ, ਬਟ ਇੱਥੇ ਇਹਨਾਂ ਦੇ ਵਿੱਚ ਕੀ ਹੁੰਦਾ ਹੈ, ਐਗ, ਲਾਰਵਾ, ਪਿਊਪਾ ਤੇ ਅਡਲਟ। ਹੁਣ ਇੱਕ ਚੀਜ਼ ਤੁਹਾਨੂੰ ਮੈਂ ਬੜੀ ਖਾਸ ਚੀਜ਼ ਦੱਸਣ ਲੱਗਿਆ, ਆਹ ਚੀਜ਼ ਤੁਸੀਂ ਕਦੇ ਨਾ ਕਦੇ ਸਰਦੀਆਂ 'ਚ ਵੇਖੀ ਹੋਣੀ ਹੈ, ਦੇਖੀ ਹੈ? ਨਹੀਂ ਵੇਖੀ? ਦੇਖੀ ਹੈ। ਤਾਂ ਇਹ ਕੀ ਹੁੰਦਾ ਹੈ, ਦਿਸ ਇਜ਼ ਦਾ ਪਿਊਪਲ ਫਾਰਮ, ਦਿਸ ਇਜ਼ ਦਾ ਪਿਊਪਾ। ਜਦੋਂ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਨਾ ਬੇਟੇ, ਇਹ ਪੁਆਇੰਟ ਨੋਟ ਕਰ ਲਓ, ਬੁੱਕ 'ਚ ਦਿੱਤਾ ਹੈ ਪਰ ਜਿਹੜੀ ਐਲੀਮੈਂਟਰੀ 'ਚ ਨਹੀਂ ਲਿਖਿਆ ਹੋਇਆ। ਇਹਨੂੰ ਪਤਾ ਕੀ ਕਹਿੰਦੇ ਆ, ਦਿਸ ਇਜ਼ ਦਾ ਪਿਊਪਾ। ਤੇ ਪੂਰੀ ਸਰਦੀ ਇਹ ਐਸੇ ਫਾਰਮ 'ਚ ਹੀ ਰਹਿੰਦਾ ਹੈ, ਦਿਸ ਇਜ਼ ਕਾਲਡ ਐਜ਼ ਡਾਇਆਪੌਜ਼, DIA ਅੱਗੋਂ ਪੌਜ਼ ਪਾ ਦਿਓ, ਡਾਇਆਪੌਜ਼ ਕੀ ਹੈ, ਆਪਦੀਆਂ ਸਾਰੀਆਂ ਲਾਈਫ ਪ੍ਰੋਸੈਸਿਸ ਨੂੰ ਇਹ ਕੰਟਰੋਲ ਕਰ ਲੈਂਦਾ ਹੈ ਤੇ ਐਸੇ ਫਾਰਮ 'ਚ ਰਹਿੰਦਾ ਹੈ ਜਦੋਂ ਤੱਕ ਸਪ੍ਰਿੰਗ ਸੀਜ਼ਨ ਨਹੀਂ ਆਉਂਦਾ। ਯਾਦ ਰੱਖੋ, ਤੁਹਾਨੂੰ ਐ ਲੱਗੂ ਜਿਵੇਂ ਕੋਈ ਫਰੂਟ ਲੱਗਿਆ ਹੋਇਆ ਹੈ, ਕਈ ਵਾਰੀ ਤੁਸੀਂ ਚੱਕ ਵੀ ਲੈਂਦੇ ਹੋ। ਸੋ ਦਿਸ ਇਜ਼ ਦਾ ਪਿਊਪਾ, ਠੀਕ ਹੈ। ਤੇ ਇਹਦੀ ਪ੍ਰੋਟੈਕਸ਼ਨ ਲਈ ਇਹਨੇ ਕੀ ਕੀਤਾ ਹੁੰਦਾ ਹੈ, ਕੁਝ ਪਿਊਪੇ ਐਸੇ ਹੈ ਜਿਨ੍ਹਾਂ ਚੋਂ ਫਾਊਲ ਸਮੈਲ ਆ ਰਹੀ ਹੁੰਦੀ ਹੈ, ਉਹਨਾਂ ਨੂੰ ਚਿੜੀਆਂ ਵਗੈਰਾ ਨਹੀਂ ਖਾਂਦੀਆਂ,
ਕਈ ਵਾਰੀ ਤੁਸੀਂ ਵੀ ਹੱਥ ਲਾ ਲਓ ਤਾਂ ਤੁਹਾਡੇ ਹੱਥਾਂ 'ਚੋਂ ਵੀ ਫਾਊਲ ਸਮੈਲ ਆਊਗੀ। ਸੋ ਦਿਸ ਇਜ਼ ਦਾ ਡਾਇਆਪੋਜ਼। ਵਿੰਟਰ ਸੀਜ਼ਨ ਦੇ ਵਿੱਚ ਜਾਂ ਅਨਫੇਵਰੇਬਲ ਸੀਜ਼ਨ ਦੇ ਵਿੱਚ ਇਨਸੈਕਟ ਕਿੱਥੇ ਚਲੇ ਜਾਂਦੇ ਆ? ਗੋਜ਼ ਟੂ ਦਾ ਡਾਇਆਪੋਜ਼। ਠੀਕ ਹੈ, ਤਾਂ ਇਸ ਚੀਜ਼ ਨੂੰ ਬੇਟੇ ਯਾਦ ਰੱਖਣਾ, ਡਾਇਆਪੋਜ਼ ਨੋਟ ਕਰ ਲਓ। ਡਾਇਆਪੋਜ਼ ਕੀ ਹੈ? ਵੀ ਜਿਵੇਂ ਅਦਰ ਐਨੀਮਲਸ ਹਾਈਬਰਨੇਸ਼ਨ ਜਾਂ ਸਟਾਈਵੇਸ਼ਨ ਤੇ ਜਾਂਦੇ ਆ, ਇਹ ਡਾਇਆਪੋਜ਼ 'ਚ ਜਾਂਦੇ ਆ। ਤਾਂ ਬੇਟੇ ਕੁਛ ਜਿਵੇਂ ਕਾਕਰੋਚ ਹੈ, ਕਾਕਰੋਚ ਦੇ ਵਿੱਚ ਨਾ ਪਿਊਪਾ ਨਹੀਂ ਬਣਦਾ, ਐਗ ਚੋਂ ਨਿਕਲਦੀ ਹੈ ਨਿੰਫ, ਤੇ ਨਿੰਫ ਚੋਂ ਕੀ ਕਾਹਦੇ 'ਚ ਕਨਵਰਟ ਹੋ ਜਾਂਦਾ? ਅਡਲਟ 'ਚ। ਇੱਥੇ ਹੀ ਇੱਕ ਚੀਜ਼ ਹੋਰ ਨੋਟ ਕਰ ਲਓ, ਡਰੈਗਨ ਫਲਾਈ ਵੇਖੀ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ ਜਹਾਜ਼। ਲਗਭਗ ਕੁਛ ਏਦਾਂ ਦਾ ਹੁੰਦਾ ਹੈ। ਜਿਹੜੇ ਬੱਚੇ ਨਹੀਂ ਵੇਖੀ, ਮੈਂ ਪਿਕ ਡਰਾ ਕਰ ਦਿੰਦਾ। ਡਰੈਗਨ ਫਲਾਈ ਨਾ ਕੁਛ ਏਦਾਂ ਦੀ ਹੁੰਦੀ ਹੈ। ਵੈਸੇ ਨਾ ਮੈਂ ਨੋਟਬੁੱਕ ਤੇ ਪਿਕ, ਮੇਰੀ ਡਰਾਇੰਗ ਬਹੁਤ ਸੋਹਣੀ ਹੈ, ਤੇ ਇਹ ਤੇ ਵੇਖਦੇ ਆ ਸ਼ਾਇਦ ਡਰਾ ਹੋ ਜੇ। ਆ ਚੀਜ਼ ਤੁਸੀਂ ਵੇਖੀ ਹੋਣੀ ਹੈ ਬੇਟੇ, ਦੇਖੀ ਹੈ? ਇਹ ਰੇਨੀ ਸੀਜ਼ਨ 'ਚ ਆਪਣੇ ਉੱਡੇ ਫਿਰਦੇ ਹੁੰਦੇ ਆ। ਤੁਸੀਂ ਕਈ ਬੱਚਿਆਂ ਨੂੰ ਜਹਾਜ਼ ਕਹਿ ਦਿੰਦੇ ਆ ਪਿੰਡਾਂ ਵਾਲੇ। ਠੀਕ ਹੈ, ਆ ਚੀਜ਼ ਹੁੰਦੀ ਹੈ। ਸੋ ਇਹਦੇ ਵਿੱਚ ਨਾ, ਇਹਦੇ 'ਚ ਨਿੰਫ ਨਹੀਂ ਹੁੰਦਾ, ਉਸ ਜਗ੍ਹਾ ਤੇ ਇਹਨੂੰ ਕਿਹਾ ਜਾਂਦਾ ਨਿਆੜ। ਉਸ ਜਗ੍ਹਾ ਤੇ ਆਪਾਂ ਇੰਟਰਮੀਡੀਏਟ ਸਟੇਜ ਨੂੰ ਕਹਿੰਦੇ ਆ ਨਿਆੜ। ਇਹ ਚੀਜ਼ ਯਾਦ ਰੱਖਿਓ, ਉਸ ਸਟੇਜ ਤੇ ਆਪਾਂ ਕਹਿੰਦੇ ਆ ਨਿਆੜ। ਤੇ ਜਿਹੜੇ ਇਹ ਕੀ ਹੁੰਦੇ ਆ? ਨਿਆੜ ਹੁੰਦੇ ਆ ਉਹਦੇ ਵਿੱਚ। ਤਾਂ ਉਹ ਦੇ ਆਰ ਫਾਊਂਡ ਇਨ ਦਾ ਵਾਟਰ। ਤੇ ਇਹਦੀ ਕੋਈ ਇਕਨੋਮਿਕ ਇੰਪੋਰਟੈਂਸ ਪਤਾ ਹੈ ਡਰੈਗਨ ਫਲਾਈ ਦੀ ਤੁਹਾਨੂੰ? What is the economic importance of dragonfly? बड़ी जबरदस्त इंपॉर्टेंस है। Anybody? कोई भी दस दे ਉਹਨੂੰ ਬਈ ਜ਼ਿਆਦਾ ਵੱਡਾ ਤਾਂ ਨਹੀਂ, 50 ਰੁਪਏ ਕੈਸ਼ ਪ੍ਰਾਈਸ। ਦੱਸਣਾ ਹੁਣੇ ਹੈ ਕਿਤੇ ਕਹੋ ਕੱਲ ਦੱਸ ਦੇਣਗੇ ਸਰ? ਦੱਸੋ ਬਈ। ਇਹਦੀ ਬੜੀ ਖਾਸ ਇੰਪੋਰਟੈਂਸ ਹੈ ਬੇਟੇ। ਇਹ ਕੀ ਕਰਦਾ ਹੈ? ਇਹ ਮੋਸਕੀਟੋ ਲਾਰਵਿਆਂ ਨੂੰ ਇਹਦਾ ਲਾਰਵਾ ਖਾਂਦਾ ਹੈ। ਬਿਕੋਜ਼ ਡਰੈਗਨ ਫਲਾਈ ਦਾ ਲਾਰਵਾ ਵੀ ਕੁਐਟਿਕ ਹੁੰਦਾ ਹੈ, ਤੇ ਮੋਸਕੀਟੋ ਲਾਰਵੇ ਵੀ ਕੁਐਟਿਕ ਹੁੰਦੇ ਆ, ਤੇ ਇਹ ਮੋਸਕੀਟੋ ਦੇ ਲਾਰਵਿਆਂ ਨੂੰ ਖਾ ਜਾਂਦਾ ਹੈ। ਦੈਟਸ ਵਾਈ ਇਟਸ ਗੁੱਡ ਫॉर ਹਿਊਮਨ ਐਂਡ ਅਦਰ ਐਨੀਮਲਸ। ਸੋ ਆਹ ਚੀਜ਼ ਤੁਸੀਂ ਵੇਖੀ ਹੋਣੀ ਹੈ ਸਾਰਿਆਂ ਨੇ। ਜੇ ਇਹ ਨਹੀਂ ਵੇਖੀ ਨਾ, ਤੁਸੀਂ ਕਈ ਵਾਰੀ ਮੱਕੜੀ ਵੇਖੀ ਹੋਣੀ ਆ, ਗੋਲ ਜੀ ਚੀਜ਼ ਚੱਕੀ ਫਿਰਦੀ ਹੁੰਦੀ ਹੈ, ਜਾਂ ਕਈ ਵਾਰੀ ਮੱਕੜੀ ਦੇ ਉੱਤੇ ਉਹਦੇ ਬੱਚੇ ਚਿਪਕੇ ਹੁੰਦੇ ਆ। ਦੇਖਿਆ ਕਦੇ? ਯੈਸ ਸਰ। ਚਲੋ, ਦਿਸ ਇਜ਼ ਅ ਪੈਰੈਂਟਲ ਕੇਅਰ। ਬਹੁਤ ਸਾਰੇ ਆਰਥਰੋਪੋਡ ਪੈਰੈਂਟਲ ਕੇਅਰ ਕਰਦੇ ਆ, ਆਪਦੇ ਬੱਚਿਆਂ ਨੂੰ ਸੰਭਾਲ ਕੇ ਰੱਖਦੇ ਆ। ਇਹ ਫੀਚਰ ਪਹਿਲਾਂ ਹੈ ਨਹੀਂ ਸੀ, ਦੇਖ ਲਓ ਪਿਛਲੇ ਫਾਈਲਮਸ ਤੱਕ। ਬਟ ਹੇਅਰ ਇਨਸੈਕਟ ਪ੍ਰੋਟੈਕਟ देयर ਯੰਗ ਵਨਸ, ਦਿਸ ਇਜ਼ ਕਾਲਡ ਐਜ਼ ਪੈਰੈਂਟਲ ਕੇਅਰ। ਠੀਕ ਹੈ, ਆ ਵੇਖੋ ਬਈ, ਦਿਸ ਇਜ਼ ਅ ਸਕਾਰਪੀਓ। ਮੱਕੜੀ 'ਚ ਵੀ ਐਂ ਉਹਦੇ ਨਾਲ ਚਿਪਕੇ ਹੁੰਦੇ ਆ। ਇਹ ਸਾਰੇ ਨਾ ਇਹਨਾਂ ਦੀਆਂ, ਜਿਨ੍ਹਾਂ ਦੀਆਂ 8 ਲੱਤਾਂ ਹੁੰਦੀਆਂ, ਉਹ ਆਪਦੀ ਬੈਕ ਤੇ ਇਹਨਾਂ ਨੂੰ ਸਟਿਕ ਕਰਕੇ ਰੱਖਦੇ ਆ। ਜਿਹੜੀ ਸਪਾਈਡਰਸ ਹੈ ਨਾ, ਬਹੁਤ ਸਾਰੀਆਂ ਸਪਾਈਡਰਸ ਕੀ ਕਰਦੀਆਂ ਵੀ ਆਪਦੇ ਇਨਫੈਂਟਸ ਨੂੰ ਆਪਦੇ ਨਾਲ ਸਟਿਕ ਕਰਕੇ ਰੱਖਦੀਆਂ। ਜਦੋਂ ਉਹ ਮਤਲਬ ਕਿ ਮੈਚੁਰ ਹੋ ਜਾਂਦੇ ਆ ਤਾਂ ਆਪਦੀ ਮਦਰ ਨੂੰ ਹੀ ਖਾ ਜਾਂਦੇ ਆ। ਠੀਕ ਹੈ, ਮਦਰ ਨੂੰ ਐਜ਼ ਅ ਫੂਡ ਕੰਜ਼ਿਊਮ ਕਰ ਲੈਂਦੇ ਆ, ਫਿਰ ਉੱਥੋਂ ਰਿਲੀਜ਼ ਹੁੰਦੇ ਆ। ਤਾਂ ਆ ਵੀ ਵੇਖੋ, ਦਿਸ ਇਜ਼ ਦਾ ਪੈਰੈਂਟਲ ਕੇਅਰ। ਇੱਕ ਜਿਹੜਾ ਸਕਾਰਪੀਓ ਹੈ, ਉਹ ਆਪਦੇ ਬੱਚਿਆਂ ਨੂੰ ਆਪਣੀ ਪਿੱਠ ਤੇ, ਆਪਣੀ ਡੋਰਸਲ ਸਾਈਡ ਤੇ ਸਟਿਕ ਕਰਕੇ ਰੱਖਦਾ ਹੈ, ਤੇ ਜਦੋਂ ਤੱਕ ਕਿ ਮੈਚੁਰ ਨਹੀਂ ਹੋ ਜਾਂਦੇ ਐਸੇ ਤਰੀਕੇ ਰਹਤੇ ਹੈ। ਦਿਸ ਇਜ਼ ਕਾਲਡ ਐਜ਼ ਪੈਰੈਂਟਲ ਕੇਅਰ ਇਨ ਕੇਸ ਆਫ ਆਰਥਰੋਪੋਡਸ। ਅੱਛਾ ਬਈ, ਇਹਦੇ ਵਿੱਚ ਡਿਵੈਲਪਮੈਂਟ ਦੀ ਜੇ ਗੱਲ ਕਰੀਏ, ਠੀਕ ਹੈ, ਮੈਟਾਮੋਰਫੋਸਿਸ ਵੈਸੇ ਆਪਾਂ ਡਿਵੈਲਪਮੈਂਟ ਦੀ ਗੱਲ ਕਰ ਲਈ, ਪਰ ਪਾਰਥੀਨੋਜੈਂਸਿਸ ਦੀ ਗੱਲ ਕਰੀਏ ਤਾਂ ਵਟ ਇਜ਼ ਪਾਰਥੀਨੋਜੈਂਸਿਸ? ਵਟ ਇਜ਼ ਪਾਰਥੀਨੋਜੈਂਸਿਸ? ਗੱਲ ਕੀਤੀ ਸੀ ਬੇਟੇ, ਵਟ ਇਜ਼ ਪਾਰਥੀਨੋਜੈਂਸਿਸ? ਦੈਟਸ ਵਿਰਜਨ ਬਰਥ। ਵਿਰਜਨ ਬਰਥ ਕੀ ਹੈ? ਪ੍ਰੋਡਕਸ਼ਨ ਆਫ ਯੰਗ ਵਨ ਵਿਦਾਊਟ ਦਾ ਐਕਟ ਆਫ ਫਰਟੀਲਾਈਜੇਸ਼ਨ। ਫਰਟੀਲਾਈਜੇਸ਼ਨ ਤੋਂ ਬਿਨਾਂ ਹੀ ਬਣ ਜਾਂਦੇ ਆ। ਤਾਂ ਇੱਕ ਆਪਾਂ ਪੜ੍ਹੀ ਸੀ ਇਨਕੰਪਲੀਟ ਪਾਰਥੀਨੋਜੈਂਸਿਸ। ਇਨਕੰਪਲੀਟ ਪਾਰਥੀਨੋਜੈਂਸਿਸ ਕਿਆ ਨੋਟ ਕਰੋ ਵੀ ਆ ਵੇਖੋ, these are the honey bees, this is the honey bee, queen ਹੈ। ਜਿਹੜੇ ਤਾਂ ਵਰਕਰ ਹੁੰਦੇ ਹੈ ਜਾਂ ਜਿਹੜੀ ਫੀਮੇਲ ਹੁੰਦੀ ਹੈ, ਉਹ ਫਰਟੀਲਾਈਜ਼ਡ ਡਿਪਲੋਇਡ ਐਗ ਤੋਂ ਬਣਦੀ ਹੈ। ਠੀਕ ਹੈ, ਬਟ ਜਿਹੜਾ ਮੇਲ ਆਫਸਪ੍ਰਿੰਗ ਹੈ, ਉਹ ਅਨਫਰਟੀਲਾਈਜ਼ਡ ਹੈਪਲੋਇਡ ਐਗ ਤੋਂ ਬਣਦਾ ਹੈ। ਸੋ ਇਸ ਪਾਸੇ ਦਾ ਪਾਰਥੀਨੋਜੈਂਸਿਸ ਹੈ, ਇਸ ਪਾਸੇ ਸੈਕਸੁਅਲ ਰਿਪਰਡਕਸ਼ਨ ਹੈ। ਠੀਕ ਹੈ ਬੇਟੇ, ਧਿਆਨ ਨਾਲ ਸੁਣੋ, देयर इज द ਸੈਕਸੁਅਲ ਰਿਪਰਡਕਸ਼ਨ ਐਂਡ देयर इज द ਪਾਰਥੀਨੋਜੈਂਸਿਸ। ਤਾਂ ਇੱਥੇ ਇਸ ਚੀਜ਼ ਨੂੰ ਨੋਟ ਕਰੋ ਬੇਟੇ, ਜੇ ਕਲਾਸ ਦੁਆਰਾ ਜੁਆਇਨ ਕਰਨੀ ਹੈ ਸਾਰੇ ਬੱਚਿਆਂ ਨੇ, +1 ਹੀ ਕੰਟੀਨਿਊ ਚੱਲੂਗੀ।
ਟਾਈਮ ਥੋੜਾ ਰਹਿ ਗਿਆ। ਸੋ ਦਿਸ ਇਜ਼ ਇਨਕੰਪਲੀਟ ਪਾਰਥੀਨੋਜੈਂਸਿਸ। ਤੇ ਕੁਐਸਚਨ ਸੈਕਸ ਦੇ ਵਿੱਚ ਕੰਪਲੀਟ ਪਾਰਥੀਨੋਜੈਂਸਿਸ ਹੁੰਦੀ ਹੈ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕੀਤੀ ਹੋਈ ਹੈ। ਚਲੋ ਆਪਾਂ ਅਗਲੀ ਸਲਾਈਡ ਸ਼ੁਰੂ ਕਰਨ ਤੋਂ ਪਹਿਲਾਂ ਵੇਟ ਕਰਦੇ ਆ ਕਲਾਸ ਦੇ ਆਫ ਹੋਣ ਦੀ। ਮੈਂ ਰਿਕਾਰਡਿੰਗ ਪੌਜ਼ ਕਰਨ ਲੱਗਿਆ ਬੇਟੇ, ਠੀਕ 2 ਮਿੰਟ ਬਾਅਦ ਤੁਸੀਂ ਜੁਆਇਨ ਕਰਨਾ ਹੈ।